कैप्टन वालों पूरी कर दी गई है, ਜਿਹੜੇ ਮਤੇ ਨੇ ਵਿਸ਼ੇਸ਼ ਉਹ ਬਣਾ ਦਿੱਤੇ ਗਏ ਨੇ, ਜਿਸ ਤੋਂ ਬਾਅਦ ਤੁਸੀਂ ਹੁਣੇ ਮੀਟਿੰਗ ਕੀਤੀ ਹੈ। ਇਸ ਮੀਟਿੰਗ ਦੀ ਕੀ ਰਣਨੀਤੀ ਰਹੀ ਹੈ? ਤੇ ਪਰ ਜਿਹੜੇ ਪਤੇ ਨੇ ਉਹ ਕਲੈਰਿਟੀ ਸਾਡੀ ਪੂਰੀ ਨਹੀਂ ਕਰਦੇ, ਪਰ ਅਸੀਂ ਇਹ ਕਹਿੰਦੇ ਵੀ ਹਾਂ ਪੱਖੀ ਹੈ। ਮੋਰਲ ਸਪੋਰਟ ਸਾਨੂੰ ਮਿਲ ਗਈ ਵੀ ਜਿਹੜੀ ਲੜਾਈ ਅਸੀਂ ਲੜ ਰਹੇ ਸੀ 3 ਆਰਡੀਨੈਂਸ ਜਿਹੜੇ ਸੈਂਟਰਲ ਦੇ ਬਣਾਏ ਹੋਏ ਆ ਫਾਰਮਰ ਵਾਲੇ, ਉਹਦੇ ਉਲਟ ਸਾਨੂੰ ਮੋਰਲ ਸਪੋਰਟ ਬਹੁਤ ਮਿਲ ਗਈ ਆ ਵੀ ਇਹ ਮਤੇ ਆਉਣ ਨਾਲ ਸਾਡੀ ਅਗਲੀ ਲੜਾਈ ਤਕੜੀ ਹੋ ਜਾਊਗੀ। ਹੁਣ ਸਾਡੀ ਲੜਾਈ ਸੈਂਟਰ ਨਾਲ ਰਹਿ ਗਈ। ਪੈਟਰੋਲ ਪੰਪ ਮਾਲਕਾਂ ਵੱਲੋਂ ਨਾਰਾਜ਼ਗੀ ਜਤਾਈ ਜਾ ਰਹੀ ਹੈ ਕਿ ਸਾਡੀ ਜਿਹੜੀ ਸੇਲ ਹੈ ਕਿਸਾਨਾਂ ਦੇ ਕਰਕੇ ਪ੍ਰਭਾਵਿਤ ਹੋਈ ਹੈ। ਉਹ ਆਏ ਤਾਂ ਉਹ ਸਾਡੇ ਨਾਲ ਗੱਲਬਾਤ ਕਰਤੀ, ਗੁੱਸੇ 'ਚ ਉਹਨਾਂ ਤੋਂ ਨਾਰੇ ਵੀ ਲੱਗ ਗਏ, ਉਹ ਮਾਫੀ ਮੰਗ ਕੇ ਗਏ। ਹੁਣ ਇਹ ਰਿਲਾਇੰਸ ਦਾ ਪੰਪ ਵੀ ਹੁਣ ਜਿਹਦੇ ਕੋਲ 100 ਕਿੱਲਾ ਜ਼ਮੀਨ ਹੈ, ਜੇ ਉਹਦੇ ਕੋਲ ਰਿਲਾਇੰਸ ਦਾ ਪੰਪ ਹੋਊਗਾ ਉਹਦਾ ਕਿਉਂ ਚੱਲਣ ਦੇਵਾਂਗੇ ਅਸੀਂ? ਕੋਈ ਬੰਦੇ ਕੋਲ ਇਕੱਲਾ ਹੀ ਰਿਲਾਇੰਸ ਦਾ ਪੰਪ ਆ, ਉਹਦੀ ਜਾਇਦਾਦ ਵੇਚ ਕੇ ਲਾ ਵੀ ਮਤਲਬ ਘਰ ਵੀ ਉਹਦਾ ਵਿਚਾਰਾ ਇਕੱਲਾ ਹੀ ਆ, ਉਹ ਕਾਰੋਬਾਰ ਨਹੀਂ। ਬਾਅਦ ਦੀ ਛਾਣਬੀਣ ਕਰਾਂਗੇ, ਜੇ ਕਿਸੇ ਤਕੜੇ ਮੋਟੇ ਕਿਸਾਨ ਦਾ ਲੱਗਿਆ ਹੋਊਗਾ ਜਾਂ ਕਿਸੇ ਸਿਆਸੀ ਲੀਡਰ ਦਾ ਲੱਗਿਆ ਹੋਊਗਾ, ਕੰਪਨੀ ਦਾ ਚੱਲਣ ਦੇਣੀ ਨਹੀਂ ਗੇ। ਇਹ ਵੀ ਹਜੇ ਬਰੀਕੀ ਨਾਲ ਸੋਚਾਂ। ਤੇ ਜਿਹੜੇ ਸਾਡੇ 115 MLA ਜਿਹੜੇ ਕੁੱਕੜ ਰੋਡ ਨੂੰ ਲੜਦੇ ਸੀ ਰੋਜ਼, ਪਹਿਲੇ ਦਿਨ ਕਰਿਆ ਉਹਨਾਂ ਨੇ ਆਪਦਾ ਦਿਖਾਇਆ ਤੇ ਇਕੱਠੇ ਮੈਂ ਬਹਿ ਕੇ ਇਕੱਠੇ ਜਾ ਕੇ ਮੰਗ ਪੱਤਰ ਦੇ ਕੇ ਨੇ, ਇਹ ਇੱਕ ਸਾਡੇ ਅੰਦੋਲਨ ਦਾ ਹੀ ਦੌਰ। ਪੰਜਾਬ ਦੇ ਵਿੱਚ ਜਿਹੜੀ ਅੱਧੀ ਜੰਗ ਹੈ ਤੁਸੀਂ ਜਿੱਤ ਚੁੱਕੇ ਹੋ, ਵਿਧਾਨ ਸਭਾ ਦੇ ਵੱਲੋਂ ਹਰੀ ਝੰਡੀ ਜਿਹੜੀ ਕਿਸਾਨੀ ਅੰਦੋਲਨ ਨੂੰ ਮਿਲ ਚੁੱਕੀ ਹੈ, ਤੇ ਹੁਣ ਅਗਲਾ ਰਸਤਾ ਤੁਸੀਂ ਕਹਿ ਰਹੇ ਹੋ ਕਿ ਦਿੱਲੀ ਦਰਬਾਰ ਤੱਕ ਪਹੁੰਚਣ ਦਾ ਹੈ, ਦਿੱਲੀ ਦਰਬਾਰ ਦੀਆਂ ਚੂਲਾਂ ਹਿਲਾਉਣ ਦਾ ਹੈ। ਕੀ ਲੱਗਦਾ ਹੈ ਤੁਹਾਨੂੰ, ਦਿੱਲੀ ਦਰਬਾਰ ਦੀਆਂ ਚੂਲਾਂ ਹਿਲਦੀਆਂ ਨਹੀਂ ਜਾਂ ਫਿਰ ਨਹੀਂ? ਦਿੱਲੀ ਦੇ ਦਰਬਾਰ ਦੀਆਂ ਚੂਲਾਂ ਦਾ ਜਿੰਨਾ ਚਿਰ ਨਾ ਹਿਲੀਆਂ ਜੀ, ਵੇਖੋ ਅਸੀਂ ਤਾਂ ਆਪਣੇ ਬੱਚਿਆਂ ਨੂੰ ਕੀ ਜਵਾਬ ਦੇਵਾਂਗੇ ਜਦੋਂ ਸਾਡੇ ਜ਼ਮੀਨਾਂ ਤੋਂ ਅਸੀਂ ਬੂਣੇ ਹੋ ਜਾਵਾਂਗੇ, ਜਦੋਂ ਸਾਡੀ ਫਸਲ ਦਾ ਵਾਜਬ ਤੇ ਲਾਹੇਵੰਦ ਭਾਅ ਨਹੀਂ ਮਿਲੇਗਾ, ਸਾਡੀ ਖਰੀਦ ਦੀ ਕੋਈ ਗਰੰਟੀ ਨਹੀਂ ਹੋਏਗੀ, ਤਾਂ ਸਾਨੂੰ ਕਹਿਣਗੇ ਬਾਪੂ ਡੈਡੀ ਤੂੰ ਕਿੱਥੇ ਸੀ। ਇਸ ਲਈ ਅਸੀਂ ਮਤਲਬ ਸਾਡੀਆਂ ਜ਼ਿੰਦਗੀਆਂ ਲਾ ਸਕਦੇ ਹਾਂ, ਆਰ ਪਾਰ ਦੀ ਲੜਾਈ ਲੜਾਂਗੇ, ਪਰ ਦਿੱਲੀ ਸਰਕਾਰ ਦੇ ਚੂਲਾ ਹਟਾਵਾਂਗੇ। ਜਿਹੜੇ ਕਾਲੇ ਕਾਨੂੰਨ ਜਿਹੜਾ ਅਧਿਆਇ ਬਣ ਗਿਆ ਭਾਰਤੀ ਸੰਵਿਧਾਨ ਦਾ ਰਾਸ਼ਟਰਪਤੀ ਸਾਈਨ ਹੋਣ ਤੋਂ ਬਾਅਦ, ਇਹ ਕਾਲੇ ਕਾਨੂੰਨ ਜਿਹੜੇ ਪੇਜ ਨੇ ਜਿੰਨਾ ਚਿਰ ਸੰਵਿਧਾਨ 'ਚੋਂ ਖਤਮ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਸੰਘਰਸ਼ ਹੋਰ ਅੱਗੇ ਹੋਰ ਤਿੱਖਾ ਹੁੰਦਾ ਜਾਏਗਾ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ TV ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ। ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਭਖਿਆ ਹੋਇਆ ਹੈ। ਕਿਸਾਨਾਂ ਦਾ ਰੋਸ ਠੰਡਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ, ਤੇ ਸੈਸ਼ਨ ਦੇ ਵਿੱਚ ਮਤੇ ਪਾਸ ਕੀਤੇ ਗਏ ਕੇਂਦਰੀ ਖੇਤੀ ਕਾਨੂੰਨਾਂ ਨੂੰ ਟੱਕਰ ਦੇਣ ਲਈ। ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਤੇ ਕੁਝ ਅਹਿਮ ਫੈਸਲੇ ਲਏ ਗਏ ਨੇ। ਸਾਡੇ ਨਾਲ ਇਸ ਵੇਲੇ ਹਰਮੀਤ ਸਿੰਘ ਕਾਦੀਆਂ BKU ਦੇ ਪ੍ਰੈਜ਼ੀਡੈਂਟ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਮੀਟਿੰਗ ਦੇ ਬਾਰੇ। ਸਰ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਸਟਾਰ TV ਤੇ। ਸਰ, ਵਿਧਾਨ ਸਭਾ ਦੇ ਵਿੱਚ ਜਿਹੜੇ ਮਤੇ ਨੇ ਪਾਸ ਹੋ ਗਏ ਨੇ, ਸਭ ਤੋਂ ਵੱਡਾ ਜਿਹੜਾ ਰੋਸ ਕਿਸਾਨਾਂ ਦਾ ਕੇਂਦਰ ਸਰਕਾਰ ਨਾਲ ਹੈ, ਤੇ ਉਸ ਤੋਂ ਬਾਅਦ ਜਿਹੜਾ ਰੋਸ ਪੰਜਾਬ ਦੀ ਸਰਕਾਰ ਨਾਲ ਵੀ ਕਿਤੇ ਨਾ ਕਿਤੇ ਸੀ, ਤੇ ਸੈਸ਼ਨ ਬੁਲਾਉਣ ਦੀ ਜਿਹੜੀ ਚੇਤਾਵਨੀ ਸੀ ਉਹ ਦਿੱਤੀ ਗਈ ਸੀ। ਤੁਹਾਡੀ ਮੰਗ ਕੈਪਟਨ ਵੱਲੋਂ ਪੂਰੀ ਕਰ ਦਿੱਤੀ ਗਈ ਹੈ, ਜਿਹੜੇ ਮਤੇ ਨੇ ਵਿਸ਼ੇਸ਼ ਉਹ ਬਣਾ ਦਿੱਤੇ ਗਏ ਨੇ, ਜਿਸ ਤੋਂ ਬਾਅਦ ਤੁਸੀਂ ਹੁਣੇ ਮੀਟਿੰਗ ਕੀਤੀ ਹੈ। ਇਸ ਮੀਟਿੰਗ ਦੀ ਕੀ ਰਣਨੀਤੀ ਰਹੀ ਹੈ? ਜਿਹੜੇ ਕੈਪਟਨ ਸਾਹਿਬ ਨੇ ਮਤੇ ਬਣਾਏ ਸੀ ਉਹ ਸਾਡੇ ਪ੍ਰੈਸ਼ਰ ਸੀ ਕਿਸਾਨਾਂ ਦਾ, ਜਿਹੜਾ ਰੇਲਾਂ ਦੇ ਉੱਤੇ ਬੈਠੇ ਆ, ਰਿਲਾਇੰਸ ਪੰਪਾਂ ਦੇ ਉੱਤੇ, ਸਾਰੇ ਸੰਘਰਸ਼ ਦਾ ਨਤੀਜਾ ਸੀ। ਜਿਹੜੇ ਮਤੇ ਨਾਲ ਹੀ ਜਿਹੜਾ ਅਸੈਂਬਲੀ ਨੇ, ਸਾਡੀ ਅਸੈਂਬਲੀ ਨੇ ਜਿਹੜਾ ਰੋਲ ਪਲੇ ਕੀਤਾ, ਜਿਹੜੇ 115 MLA ਸਾਰੇ ਦਾ ਸਰਬਸੰਮਤੀ ਨਾਲ ਪਾਸ ਕੀਤਾ। ਦੂਜਾ ਜਿਹੜਾ ਗਵਰਨਰ ਸਾਹਿਬ ਨੂੰ ਪਹਿਲੀ ਵਾਰ ਹੋਇਆ ਹਿਸਟਰੀ ਦੇ ਵਿੱਚ ਵੀ ਸਵੇਰੇ ਮਤਾ ਬਣਾਇਆ ਹੋਵੇ ਤੇ 4 ਵਜੇ ਤੱਕ ਗਵਰਨਰ ਦੇ ਟੇਬਲ ਤੇ ਵੀ ਪੇਸ਼ ਕਰਤਾ, ਤੇ 115 MLA ਆਪ ਦੇਣ ਗਏ। ਇਹ ਬਹੁਤ ਸੰਮਤੀ ਬਹੁਤ ਵਧੀਆ ਦਿਖਾਈ ਗਈ ਹੈ। ਤੇ ਪਰ ਜਿਹੜੇ ਪਤੇ ਨੇ ਉਹ ਕਲੈਰਿਟੀ ਸਾਡੀ ਪੂਰੀ ਨਹੀਂ ਕਰਦੇ, ਪਰ ਅਸੀਂ ਇਹ ਕਹਿੰਦੇ ਵੀ ਹਾਂ ਪੱਖੀ ਹੈ। ਮੋਰਲ ਸਪੋਰਟ ਸਾਨੂੰ ਮਿਲ ਗਈ ਵੀ ਜਿਹੜੀ ਲੜਾਈ ਅਸੀਂ ਲੜ ਰਹੇ ਸੀ 3 ਆਰਡੀਨੈਂਸ ਜਿਹੜੇ ਸੈਂਟਰਲ ਦੇ ਬਣਾਏ ਹੋਏ ਆ ਫਾਰਮਰ ਵਾਲੇ, ਉਹਦੇ ਉਲਟ ਸਾਨੂੰ ਮੋਰਲ ਸਪੋਰਟ ਬਹੁਤ ਮਿਲ ਗਈ ਆ ਵੀ ਇਹ ਮਤੇ ਆਉਣ ਨਾਲ ਸਾਡੀ ਅਗਲੀ ਲੜਾਈ ਤਕੜੀ ਹੋ ਜਾਊਗੀ। ਹੁਣ ਸਾਡੀ ਲੜਾਈ ਸੈਂਟਰ ਨਾਲ ਰਹਿ ਗਈ ਆ, ਸਟੇਟ ਨਾਲ ਜਿਹੜੀ ਗਵਰਨਰ ਜੇ ਨਹੀਂ ਸਾਈਨ ਕਰਦੇ। ਤੇ ਇਸ ਤੋਂ ਬਾਅਦ 1 ਤੋਂ 5 ਜਿਹੜਾ ਕੱਲ CM ਸਾਹਿਬ ਨੇ ਕਿਹਾ ਵੀ ਰਾਸ਼ਟਰਪਤੀ ਤੋਂ ਅਸੀਂ ਟਾਈਮ ਮੰਗਿਆ, ਅਸੀਂ ਫਿਰ ਅੱਜ ਇਹਨਾਂ ਦੀ ਕਾਲ ਦੇ ਉੱਤੇ ਜਿਹੜੇ ਇਹਨਾਂ ਨੇ 3 ਮੰਤਰੀ ਆਏ ਸੀ, ਉਹਨਾਂ ਨੇ ਕਿਹਾ ਵੀ ਰੇਲਾਂ ਜਦ ਤੱਕ ਤੁਸੀਂ ਚੱਲਣ ਦਿਓ, ਅਸੀਂ ਗੁੱਡਸ ਵਾਲੀ ਟ੍ਰੇਨਸ ਜਿਹੜੀ ਹੈਗੀਆਂ ਨੇ ਉਹ ਚੱਲਣ ਦੇਵਾਂਗੇ। ਸਾਡੇ ਮੋਰਚੇ ਜਿਉਂਦੇ ਤਿਉਂ ਉੱਥੇ ਰੇਲਵੇ ਸਟੇਸ਼ਨ 'ਤੇ ਰਹਿਣਗੇ। ਗੁੱਡਸ ਦੀ ਟ੍ਰੇਨ ਅਸੀਂ 5 ਤੱਕ ਅਸੀਂ ਓਪਨ ਕਰਤੀ ਵੀ ਚਲਾ ਲਓ। 4 ਤਰੀਕ ਨੂੰ ਅਗਲੀ ਮੀਟਿੰਗ 'ਚ ਅਗਲੇ ਫੈਸਲੇ ਲਿੱਤੇ ਜਾਣਗੇ, ਕਿਉਂਕਿ ਜਦ ਤੱਕ ਇਹ ਬਿੱਲ ਕਾਨੂੰਨ ਬਣ ਕੇ ਨਹੀਂ ਆਉਂਦਾ, ਜਦ ਤੱਕ ਇਹ ਲਾਗੂ ਨਹੀਂ ਹੁੰਦਾ, ਤਾਂ ਉਦੋਂ ਤੱਕ ਇਹ ਸੰਘਰਸ਼ ਰੱਖਾਂਗੇ। ਜੇ ਕੁਝ ਨਹੀਂ ਰਾਸ਼ਟਰਪਤੀ ਸਾਹਿਬ ਨੇ ਸਾਈਨ ਕੀਤਾ ਜਾਂ ਗਵਰਨਰ ਸਾਹਿਬ ਨੇ ਨਹੀਂ ਕੀਤਾ, ਫਿਰ 4 ਤਰੀਕ ਨੂੰ ਅਗਲਾ ਫੈਸਲਾ ਲਵਾਂਗੇ। ਪੰਜਾਬ ਦੇ ਵਿੱਚ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ। ਪੰਜਾਬ ਦੇ ਖੁਦ ਮੋਗਾ ਤੋਂ ਵਿਧਾਇਕ ਹਰਜੋਤ ਕਮਲ ਨੇ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਦੇ ਜੋ ਹਾਲਾਤ ਬਣੇ ਨੇ ਇਸ ਵੇਲੇ ਉਹਨੂੰ ਵੇਖ ਕੇ ਜਿਹੜਾ ਰਾਸ਼ਟਰਪਤੀ ਸ਼ਾਸਨ ਹੈ ਉਹ ਵੀ ਲੱਗ ਸਕਦਾ ਹੈ। ਉਸ ਤੋਂ ਬਾਅਦ ਅਗਰ ਜੇ ਇਹੋ ਜਿਹਾ ਕੁਝ ਮਾਹੌਲ ਪੈਦਾ ਹੁੰਦਾ ਹੈ ਤੇ ਅਗਲੀ ਰਣਨੀਤੀ ਕਿਸਾਨਾਂ ਦੀ ਕੀ ਹੋਏਗੀ? ਨਹੀਂ, ਰਾਸ਼ਟਰਪਤੀ ਰਾਜ ਨਹੀਂ ਲੱਗ ਸਕਦਾ। ਰਾਸ਼ਟਰਪਤੀ ਰਾਜ ਲੱਗਣ ਦੇ ਕੋਈ ਹੋਰ ਕਾਰਨ ਹੁੰਦੇ ਆ। ਹਾਂ, ਸੈਂਟਰਲ ਸਰਕਾਰਾਂ ਏਜੰਸੀਆਂ ਭੇਜ ਕੇ ਤੇ ਕੋਈ ਗੜਬੜ ਕਰ ਦੇਵੇ। ਸਾਡਾ ਜਿਹੜਾ ਪਿਛਲੇ 20-25 ਦਿਨਾਂ ਦਾ ਚੱਲ ਰਿਹਾ ਅੰਦੋਲਨ ਉਹ ਬਹੁਤ ਸ਼ਾਂਤਮਈ ਹੈ।
ਕਿਤੇ ਵੀ ਕੋਈ ਇਹੋ ਜਿਹੀ ਗੱਲ ਨਹੀਂ ਤਾਂ ਸਟ੍ਰਿਕਟਲੀ ਕਿਹਾ ਗਿਆ, ਨਾ ਕੋਈ ਸਟੇਜ ਤੇ ਬੰਦਾ ਆਨਸਰ ਇਹੋ ਜਿਹਾ ਚੜ੍ਹਨਾ ਚਾਹੀਦਾ, ਨਾ ਲੋਕਾਂ 'ਚ ਆਉਣਾ ਚਾਹੀਦਾ। ਇਹ ਸ਼ਾਂਤਮਈ ਧਰਨਾ ਵਾ, ਜਿੰਨਾ ਦੇਰ ਸ਼ਾਂਤਮਈ ਰਹੂਗਾ ਉਨੀ ਦਾ ਸਕਸੈਸ 'ਚ ਰਹੂਗਾ। ਇਹ ਗਾਈਡੈਂਸ ਸਾਡੇ ਵੱਲੋਂ ਸੀਨੀਅਰ ਲੀਡਰ ਵੱਲੋਂ ਵੀ ਕੀਤੀ ਗਈ ਹੈ ਤੇ ਸਾਰੇ ਆਵਾਮ ਨੂੰ ਅਸੀਂ ਦੱਸਿਆ ਵੀ ਹੈ। ਤੇ ਜਿਹੜਾ ਤੁਸੀਂ ਰਾਸ਼ਟਰਪਤੀ ਰਾਜ ਦੀ ਗੱਲ ਕਰਨੇ ਹੋ, ਉਹਨਾਂ ਦੀਆਂ ਬੀਜੇਪੀ ਦੀ ਚਾਲਾਂ ਹੋ ਸਕਦੀਆਂ। 115 MLA ਜੁੜ ਕੇ ਜਦੋਂ ਗਏ ਗਵਰਨਰ ਤੱਕ ਤਾਂ ਸਾਰਾ ਆਹ ਪੰਜਾਬ ਦਾ ਹੀ ਇੱਕ ਆਵਾਜ਼ ਚਲੇਗੀ। ਕੋਈ MLA ਜਾਂ ਕੋਈ ਵੀ ਜਗ੍ਹਾ ਨਹੀਂ ਕਹਿ ਸਕਦਾ। 2 ਜਿਹੜੇ MLA ਸਿਰਫ ਐਬਸੈਂਟ ਸੀਗੇ ਭਾਜਪਾ ਦੇ, ਉਹ ਨਹੀਂ ਵਿੱਚ ਆਏ ਹੈਗੇ। ਅਸੀਂ ਇਹ ਕਹਿੰਦੇ ਵੀ ਉਹਨਾਂ ਨੂੰ ਵੀ ਆ ਜਾਣਾ ਚਾਹੀਦਾ ਸੀ ਐਜ਼ ਪੰਜਾਬੀ ਬਣ ਕੇ। ਘੱਟੋ ਘੱਟ ਅੱਜ ਪੰਜਾਬ ਦੀ ਅਸੈਂਬਲੀ ਨਾਲ ਖੜ੍ਹਦੇ। ਤੇ ਇਸ ਮਤਿਆਂ ਤੋਂ ਬਾਅਦ ਕੀ ਕੇਂਦਰ ਦੇ ਵੱਲੋਂ ਕਿਸੇ ਵੀ ਮੰਤਰੀ ਦੇ ਵੱਲੋਂ ਜਾਂ ਕੇਂਦਰ ਸਰਕਾਰ ਦੇ ਵੱਲੋਂ ਕੋਈ ਸੁਨੇਹਾ ਤੁਹਾਡੇ ਤੱਕ ਪਹੁੰਚਿਆ ਹੋਵੇ? ਨਹੀਂ, 14 ਤਰੀਕ ਜਿਹੜੀ ਉਹਨਾਂ ਦੇ ਸੈਕਟਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀ, ਜਿਹੜੀ ਅਸੀਂ ਵਾਕਆਊਟ ਕਰਕੇ ਆ ਗਏ ਸੀ, ਉਸ ਤੋਂ ਤੱਕ ਹੁਣ ਤੱਕ ਕੇਂਦਰ ਵੱਲੋਂ ਜਾਂ ਬੀਜੇਪੀ ਵੱਲੋਂ ਕੋਈ ਕੰਟੈਕਟ ਨਹੀਂ ਕੀਤਾ ਗਿਆ। ਉਹਨਾਂ ਨੂੰ ਕਿਸਾਨ ਮਾਰੂ ਨੀਤੀਆਂ ਦੇ ਨਾਲ ਖੜੇ ਨੇ, ਅੱਜ ਵੀ ਬਿਆਨ ਦੇ ਰਹੇ ਨੇ ਤੇ ਭੜਕਾਊ ਬਿਆਨ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਉਹਨਾਂ ਦੀ ਰਾਏ ਤੱਕ ਗਲਤ ਸੀ, ਕਿਉਂਕਿ ਅਸੀਂ ਸੈਕਟਰੀ ਸਾਹਿਬ ਨੂੰ ਵੀ ਜਦੋਂ ਮੀਟਿੰਗ ਹੋਈ ਸੀ ਉਦੋਂ ਕਿਹਾ ਸੀ ਵੀ ਇੱਕ ਪਾਸੇ ਸਾਨੂੰ ਤੁਸੀਂ ਮੀਟਿੰਗ 'ਚ ਬੁਲਾ ਰਹੇ ਹੋ, ਦੂਜੇ ਪਾਸੇ 8 ਮੰਤਰੀ ਸਾਡੇ ਪੰਜਾਬ ਜਾ ਕੇ ਇਹੀ ਕਾਨੂੰਨਾਂ ਬਾਰੇ ਇਹ ਆਪਦੀ ਪੋਜ਼ਿਟਿਵ ਦੱਸ ਰਿਹਾ ਵੀ ਇਹ ਕਿਸਾਨਾਂ ਦੇ ਹੱਕ 'ਚ ਨੇ। ਤਾਂ ਜਦ ਤੱਕ ਮੀਟਿੰਗ ਦਾ ਦੌਰ ਚੱਲੂਗਾ, ਜਦ ਤੱਕ ਤੁਹਾਨੂੰ ਰੁਕ ਜਾਣਾ ਚਾਹੀਦਾ ਤੇ ਉਹ ਨਹੀਂ ਰੁਕੇ, ਤਾਂ ਹੀ ਅਸੀਂ ਵਾਕਆਊਟ ਕਰਕੇ ਆਏ ਸੀ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਬਿਆਨ ਜ਼ਰੂਰ ਸਾਹਮਣੇ ਆਉਂਦਾ ਹੈ ਜਦੋਂ ਮਤੇ ਪਾਸ ਹੁੰਦੇ ਨੇ ਵਿਧਾਨ ਸਭਾ ਦੇ ਵਿੱਚ। ਇਹ ਕਿਹਾ ਜਾਂਦਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਮਤੇ ਲਿਆਂਦੇ ਗਏ ਨੇ ਉਹਨਾਂ ਤੇ ਧਿਆਨ ਜ਼ਰੂਰ ਦਿੱਤਾ ਜਾਵੇਗਾ। ਜੇ ਧਿਆਨ ਦੇਣਗੇ ਚੰਗਾ ਰਹੂਗਾ ਜੀ। ਡਿਕਟੇਟਰਸ਼ਿਪ ਤਾਂ ਹੈ ਨਹੀਂ, ਡੈਮੋਕ੍ਰੇਸੀ ਹੈ। ਮੋਦੀ ਰਾਜ ਨੂੰ ਜਾਂ ਬੀਜੇਪੀ ਰਾਜ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਡੈਮੋਕ੍ਰੇਸੀ ਆ, ਲੋਕਾਂ ਦੀ ਆਵਾਜ਼ ਹੋਣੀ ਚਾਹੀਦੀ ਹੈ, ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਪੰਜਾਬ ਸਰਕਾਰ ਦਾ ਤੁਹਾਨੂੰ ਸਾਥ ਮਿਲ ਚੁੱਕਿਆ ਹੈ ਤੇ ਹੁਣ ਅਗਲੀ ਜਿਹੜੀ ਰਣਨੀਤੀ ਹੈ ਕਿਸਾਨ ਜਥੇਬੰਦੀਆਂ ਦੀ ਉਹ ਕੀ ਹੋਏਗੀ? 27 ਤਰੀਕ ਨੂੰ ਸਾਰੇ ਹਿੰਦੁਸਤਾਨ ਦੀ ਜਥੇਬੰਦੀਆਂ ਦੀ ਮੀਟਿੰਗ ਰੱਖੀ ਆ। ਉਹ ਅਗਲੀ ਰਣਨੀਤੀ ਬਣਾਉਗੀ ਦਿੱਲੀ ਘੇਰਨ ਦੀ, ਵੀ ਬਾਕੀ ਸਾਰੀਆਂ ਸਟੇਟਾਂ ਨੂੰ ਨਾਲ ਲੈ ਕੇ ਇੱਕ ਵੱਡਾ ਸੰਘਰਸ਼ ਲੜਿਆ ਜਾਵੇ ਤੇ ਉਦੋਂ ਐਲਾਨ ਅਗਲਾ ਕੀਤਾ ਜਾਊਗਾ। ਕਿਸਾਨ ਜਥੇਬੰਦੀਆਂ ਤੋਂ ਇਲਾਵਾ ਹੋਰ ਮਤਲਬ ਜਿਹੜਾ ਤੁਸੀਂ ਘੇਰਨ ਦੀ ਗੱਲ ਕਰ ਰਹੇ ਹੋ ਦਿੱਲੀ ਘੇਰਨ ਦੀ, ਹੋਰ ਕਿਹੜੀਆਂ ਜਥੇਬੰਦੀਆਂ ਦਾ ਜਿਹੜਾ ਸਾਥ ਹੈ ਤੁਹਾਨੂੰ ਮਿਲੇਗਾ? ਸਾਨੂੰ ਮਜ਼ਦੂਰ ਯੂਨੀਅਨ ਦਾ ਵੀ ਸਾਥ ਮਿਲੂਗਾ, ਸਾਨੂੰ ਟੈਕਸੀ ਯੂਨੀਅਨ ਦਾ ਵੀ ਮਿਲੂ, ਟਰੱਕ ਆਪਰੇਟਰਾਂ ਦਾ ਮਿਲੂਗਾ, ਸਾਰਿਆਂ ਦਾ ਧੰਦਾ ਜਿਨ੍ਹਾਂ ਦਾ ਟੌਪਟ ਹੋਣਾ, ਵੱਡੀਆਂ ਕੰਪਨੀਆਂ ਕੋਆਪਰੇਟਿਵ ਆਉਣ ਨਾਲ ਸਾਰੇ ਆਵਾਮ ਸਾਨੂੰ ਸਾਥ ਦੇਣਗੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਸਾਥ ਲੈ ਕੇ ਚੱਲਾਂਗੇ। ਰਿਲਾਇੰਸ ਦੇ ਪੈਟਰੋਲ ਪੰਪਾਂ ਦੇ ਬਾਹਰ ਜਿਹੜੇ ਧਰਨੇ ਦਿੱਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਵੀ ਰੋਸ ਪਾਇਆ ਜਾ ਰਿਹਾ ਤੇ ਮਾਲ ਗੱਡੀਆਂ ਦੇ ਜਿਹੜਾ ਤੁਹਾਡਾ ਡਿਸੀਜਨ ਹੈ ਉਹ ਪ੍ਰਵਾਨ ਕੀਤਾ ਗਿਆ। ਪਰ ਕੁਝ ਲੋਕ ਇਹ ਕਹਿ ਰਹੇ ਨੇ ਕਿ ਆਮ ਜਨਤਾ ਦੇ ਨਾਲ ਕਿਸਾਨਾਂ ਨੇ ਕਿਉਂ ਐਵੇਂ ਕੀਤਾ ਹੈ ਕਿ ਮਾਲ ਗੱਡੀਆਂ ਲੰਘਣ ਦੀ ਇਜਾਜ਼ਤ ਜਿਹੜੀ ਹੈ ਦੇ ਦਿੱਤੀ ਗਈ ਹੈ। ਇਹ ਮਾਲ ਗੱਡੀ ਦਿੱਤੀ ਗਈ ਹੈ। ਜਦੋਂ ਵੀ ਕੋਈ ਸੰਘਰਸ਼ ਲੜਿਆ ਜਾਂਦਾ ਉਹ 'ਚ ਕਿਤੇ ਨਾ ਕਿਤੇ ਕੁਰਬਾਨੀ ਦੇਣੀ ਪੈਂਦੀ ਹੈ। ਆਮ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਸਾਡੇ ਜਿਹੜੇ ਆਰਡੀਨੈਂਸ ਵਾਪਸ ਕਰਨ ਤੱਕ ਆਪਦੀ ਇਹ ਕੁਰਬਾਨੀ ਸਮਝਣ, ਘਰੇ ਬੈਠੇ ਰਹਿਣ ਤੇ ਇਹਨਾਂ ਨਾ ਵੀ ਚੱਲਣਗੇ। ਸਰਕਾਰ ਨੂੰ ਬਹੁਤ ਵੱਡਾ ਆਰਥਿਕ ਘਾਟਾ ਪਊਗਾ ਤੇ ਆਪ ਹੀ ਸਾਡੀ ਗੱਲ ਸੁਣੀ ਜਾਊਗੀ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਕਈ ਅਹਿਮ ਫੈਸਲੇ ਜਿਹੜੇ ਨੇ ਉਹ ਲਏ ਗਏ ਨੇ ਤੇ ਸਾਡੇ ਨਾਲ ਇਸ ਵੇਲੇ ਰੁਲਦੂ ਸਿੰਘ ਪੰਜਾਬ ਕਿਸਾਨ ਯੂਨੀਅਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਦਿੱਲੀ ਤੁਹਾਡੇ ਵੱਲੋਂ ਕੂਚ ਕੀਤਾ ਗਿਆ, ਮੀਟਿੰਗ ਦੇ ਵਿੱਚ ਤੁਹਾਨੂੰ ਬੁਲਾਇਆ ਗਿਆ, ਤੁਸੀਂ ਨਿਰਾਸ਼ ਹੋ ਕੇ ਉੱਥੋਂ ਵਾਪਸ ਆਏ ਤੇ ਜਿਹੜਾ ਸੰਘਰਸ਼ ਹੈ ਉਹ ਤੇਜ਼ ਕਰਨ ਦੀ ਜਿਹੜੀ ਚੇਤਾਵਨੀ ਹੈ ਉਹ ਦਿੱਤੀ। ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚੇਤਾਵਨੀ ਦਿੱਤੀ ਕਿ ਜਾਂ ਤੇ ਵਿਧਾਨ ਸਭਾ ਸੈਸ਼ਨ ਬੁਲਾ ਕੇ ਸਾਡਾ ਨਿਬੇੜਾ ਕੀਤਾ ਜਾਵੇ ਤੇ ਜਾਂ ਫਿਰ ਸੰਘਰਸ਼ ਲਈ ਪੰਜਾਬ ਸਰਕਾਰ ਵੀ ਤਿਆਰ ਰਹੇ। ਤੇ ਵਿਧਾਨ ਸਭਾ ਦੇ ਵਿੱਚ ਜਿਹੜੇ ਨੇ ਮਤੇ ਨੇ ਪਾਸ ਕੀਤੇ ਗਏ ਨੇ, ਤੁਹਾਡੇ ਹੱਕ ਦੇ ਵਿੱਚ ਕਿੰਨੇ ਕੁ ਸੰਤੁਸ਼ਟ ਹੋ? ਅਸੀਂ ਪਹਿਲਾਂ ਕਦੇ ਲੜਦੇ ਨਿਰਾਸ਼ ਜ਼ਿੰਦਗੀ 'ਚ ਹੋਈ ਨਹੀਂ। ਜਿਹੜੇ ਸਾਡੇ ਕਿਸਾਨ ਲੀਡਰ ਨੇ ਨਾ ਨਿਰਾਸ਼ ਅਸੀਂ ਹੋਈਏ। ਸਰਕਾਰ ਆਪਦੇ ਫੈਸਲੇ ਕਰਦੀਆਂ, ਮੀਟਿੰਗਾਂ ਸੱਦਦੀਆਂ, ਮੀਟਿੰਗ 'ਚ ਨਾ ਸਿਰੇ ਗੱਲ ਲੱਗੀ, ਨਿਰਾਸ਼ਤਾ ਵਾਲੀ ਗੱਲ ਅਸੀਂ ਨਹੀਂ। ਮਤਲਬ ਅਸੀਂ ਨਿਰਾਸ਼ ਹੋ ਕੇ ਨਹੀਂ ਆਏ, ਅਸੀਂ ਉੱਥੇ ਗੁੱਸੇ ਨਾਲ ਆਏ ਹਾਂ ਤੇ ਗੁੱਸੇ ਨਾਲ ਆ ਕੇ ਅਸੀਂ ਫੈਸਲਾ ਲਿਆ ਵੀ ਮੋਦੀ ਦੀਆਂ ਜਿੱਥੇ ਜਿੱਥੇ ਸਾਡੇ ਧਰਨੇ ਚੱਲਦੇ ਨੇ ਆਰਥੀਆਂ ਸਾੜੀਆਂ ਨਹੀਂ ਆ। ਉਹ ਗੁੱਸਾ ਸਾਡਾ ਗੁੱਸਾ ਦਿਖਾ ਜੀ। ਨਿਰਾਸ਼ ਅਸੀਂ ਕਿਉਂ ਹੋਵਾਂਗੇ ਲੜਨ ਵਾਲੇ ਲੋਕ? ਮਤਲਬ ਅਸੀਂ ਉਹਦੇ ਸਾੜੀਆਂ ਨਹੀਂ ਆ। ਫਿਰ ਅਸੀਂ ਇਹਨਾਂ ਨੂੰ ਵੀ ਮਤਲਬ ਕਾਂਗਰਸ ਸਰਕਾਰ ਨੂੰ ਕਹਿੰਦੇ ਤੇ ਮਤਲਬ ਪੰਜਾਬ ਸਰਕਾਰ ਨੂੰ ਵੀ ਤੁਹਾਨੂੰ ਪਿੰਡਾਂ 'ਚੋਂ ਵੜਨ ਨੂੰ ਹਟਾ ਦਾਂਗੇ। 7 ਤਰੀਕ ਦਾ ਇਹਨੂੰ ਅਲਟੀਮੇਟਮ ਦਿੱਤਾ ਸੀਗਾ ਵੀ ਜਾਂ ਤਾਂ ਉਦੋਂ ਪਹਿਲਾਂ ਜਲਾਸ ਸੱਦ ਕੇ ਜਿੰਨਾ ਕੁ ਤੁਸੀਂ ਕਰ ਸਕਦੇ ਹੋ, ਜਿੰਨੀ ਕੁ ਤੁਹਾਡੀ ਸਰਕਾਰ ਕਰ ਸਕਦੀ ਹੈ, ਤਾਂ ਉਹਨਾਂ ਨੇ ਉਹਦੀ ਆਪਦਾ ਜਲਾਸ ਸੱਦ ਲਿਆ 19 ਤਰੀਕ ਦਾ। ਤਾਂ ਉਹਨਾਂ ਨੂੰ ਅਸੀਂ ਉਹਨਾਂ ਚੱਕਰ ਜਾਣ ਦੀ ਇਜਾਜ਼ਤ ਵੀ ਦੇ ਦਿੱਤੀ ਵੀ ਤੁਸੀਂ ਪਿੰਡਾਂ 'ਚ ਜਾ ਜਾਓ। 7 ਤਰੀਕ ਨੂੰ ਨਹੀਂ ਦੇ ਦਿੱਤੀ ਸੀ। ਉਹ ਜਿਹੜੇ 3 ਮਤੇ ਅਸੀਂ ਕਹਿੰਦੇ ਵੀ ਸਾਰਾ ਮਸਲਾ ਨਹੀਂ ਸਾਡਾ ਹੱਲ ਹੋਇਆ, ਪਰ ਕੁਛ ਤਾਂ ਹੋਇਆ ਨਾ। ਮਤਲਬ ਜਿਵੇਂ ਕਹਿੰਦੇ ਆਟੇ 'ਚ ਨੂਣ, ਕੁਛ ਹੱਲ ਹੋਇਆ, ਕੁਛ ਤਾਂ ਕਿਹਾ ਨਾ ਉਹਨਾਂ ਨੇ। ਇਹਦੇ ਰਿਜ਼ਲਟ ਗਾਹਾਂ ਚੰਗੇ ਨਿਕਲਦੇ ਨੇ, ਮਾੜੇ ਨਿਕਲਦੇ ਉਹ ਗਾਹਾਂ ਨਿਕਲਣਗੇ। 4 ਤਰੀਕ ਤੋਂ ਅਸੀਂ ਮਤਲਬ ਮੀਟਿੰਗ ਸੱਦੀ ਹੈ। 5 ਤਰੀਕ ਤੱਕ ਕੱਲ੍ਹ ਨੂੰ ਅਸੀਂ ਰੇਲਾਂ ਤੋਂ ਉੱਠ ਖੜਨਾ ਹੈਗਾ, ਕਿਉਂ ਹਜੇ ਤਾਂ ਸਮਾਨ ਹੁਣ ਟੈਂਟ ਜ਼ਿਆਦਾ ਲੱਗੇ ਨਾ, ਕੱਲ੍ਹ ਨੂੰ ਚੱਕਣੇ ਪੈਣਗੇ ਸਾਨੂੰ ਵੱਡੇ ਇਕੱਠ ਕਰਕੇ। ਮਤਲਬ 4 ਦਿਨ ਮੀਟਿੰਗ ਸੱਦੇ। ਅਗਲਾ ਕੀ ਪ੍ਰੋਗਰਾਮ ਅਗਲੇ ਪ੍ਰੋਗਰਾਮ 'ਚ ਦੇਵਾਂਗੇ। ਸਰ ਰਿਲਾਇੰਸ ਦੀ ਨਾ ਇੱਥੇ ਕਣਕ ਚੱਕਣ ਦੀ ਜੀ, ਜਿਹਦੇ ਵੱਡੇ ਗੋਦਾਮਾਂ 'ਚ ਉਹਦੀ ਪਈ ਹੈ ਉਹਨੂੰ ਰੋਕ ਕੇ ਰੱਖਾਂਗੇ। ਨਾ ਉਹਦੇ ਮਤਲਬ ਜਿੱਥੇ ਤੇਲ ਵਿਕਣ ਦੇਈਏ ਉਹ 'ਤੇ ਪੂਰਾ ਅਸੀਂ ਉਹਦਾ ਜ਼ੋਰ ਲਾ ਕੇ ਰੱਖਾਂਗੇ। ਪੈਟਰੋਲ ਪੰਪ ਮਾਲਕਾਂ ਵੱਲੋਂ ਨਾਰਾਜ਼ਗੀ ਜਤਾਈ ਜਾ ਰਹੀ ਹੈ ਕਿ ਸਾਡੀ ਜਿਹੜੀ ਸੇਲ ਹੈ ਕਿਸਾਨਾਂ ਦੇ ਕਰਕੇ ਪ੍ਰਭਾਵਿਤ ਹੋਈ ਹੈ। ਉਹ ਆਏ ਤਾਂ ਉਹ ਸਾਡੇ ਨਾਲ ਗੱਲਬਾਤ ਕਰਨ ਤੀ, ਗੁੱਸੇ 'ਚ ਉਹਨਾਂ ਤੋਂ ਨਾਰੇ ਵੀ ਲੱਗ ਗਏ, ਉਹ ਮਾਫੀ ਮੰਗ ਕੇ ਗਏ ਨੇ।
ਥੋੜੀ ਪ੍ਰੈਸ ਦੇ ਸਾਹਮਣੇ ਮਾਫੀ ਮੰਗ ਕੇ ਗਏ ਨੇਗੇ। ਚਲੋ ਕਦੇ ਗੁੱਸੇ 'ਚ ਉਹਨਾਂ ਤੋਂ ਲੱਗੇ ਨਾਰੇ, ਪਰ ਅਸੀਂ ਤਾਂ ਫਿਰ ਵੀ ਸਾਰੇ ਬੰਦੇ ਸਿਆਣੇ ਦੀ ਕੋਈ ਅਸੀਂ ਗੱਲ ਨਹੀਂ। ਅਸੀਂ ਉਹਨਾਂ ਤੋਂ ਪਹਿਲਾਂ ਹੀ ਸਾਡੇ ਇੱਕ ਲੀਡਰ ਨੇ ਰੱਖਤਾ ਦੀ ਵੀ ਕੁਛ ਗਰੀਬ ਬੰਦਿਆਂ ਦੇ ਪੰਪ ਪੈਟਰੋਲ ਨੇ ਜਿਹੜੇ ਸਿੱਧੇ ਚਲਾਉਂਦੇ ਨੇ, ਕੁਛ ਉਹ ਮਤਲਬ ਤਕੜੇ ਬੰਦੇ, ਕੁਛ ਆਪਦੇ ਕੰਪਨੀ ਦੇ ਕੱਲੀ ਦੇ ਨੇ, ਉਹ ਅਸੀਂ ਅਗਲੀ ਮੀਟਿੰਗ 'ਚ ਪਲਾਨ ਬਣਾ ਲੈਣਾ ਸੀ ਵੀ ਕਿਹੜੇ ਕਿਹੜੇ ਛੱਡਣੇ ਨੇ। ਹੁਣ ਇਹ ਰਿਲਾਇੰਸ ਦਾ ਪੰਪ ਵੀ ਹੁਣ ਜਿਹਦੇ ਕੋਲ 100 ਕਿੱਲਾ ਜ਼ਮੀਨ ਹੈ, ਜੇ ਉਹਦੇ ਕੋਲ ਰਿਲਾਇੰਸ ਦਾ ਪੰਪ ਹੋਊਗਾ ਉਹਦਾ ਕਿਉਂ ਚੱਲਣ ਦੇਵਾਂਗੇ ਅਸੀਂ? ਕੋਈ ਬੰਦੇ ਕੋਲ ਇਕੱਲਾ ਹੀ ਰਿਲਾਇੰਸ ਦਾ ਪੰਪ ਆ, ਉਹਦੀ ਜਾਇਦਾਦ ਵੇਚ ਕੇ ਲਾ ਲਿਆ ਵੀ ਮਤਲਬ ਘਰ ਵੀ ਉਹਦਾ ਵਿਚਾਰਾ ਇਕੱਲਾ ਹੀ ਆ, ਉਹਦਾ ਉਹ ਕਾਰੋਬਾਰ ਨਹੀਂ। ਬਾਅਦ ਦੀ ਛਾਣਬੀਣ ਕਰਾਂਗੇ, ਜੇ ਕਿਸੇ ਤਕੜੇ ਮੋਟੇ ਕਿਸਾਨ ਦਾ ਲੱਗਿਆ ਹੋਊਗਾ ਜਾਂ ਕਿਸੇ ਸਿਆਸੀ ਲੀਡਰ ਦਾ ਲੱਗਿਆ ਹੋਊਗਾ, ਕੰਪਨੀ ਦਾ ਚੱਲਣ ਦੇਣੀ ਨਹੀਂ ਗੇ। ਇਹ ਵੀ ਹਜੇ ਬਰੀਕੀ ਨਾਲ ਸੋਚਾਂਗੇ। ਤਕੜੇ ਕਿਸਾਨ ਦਾ ਵੀ ਨਹੀਂ ਚੱਲਣ ਦਿੰਦੇ ਸੀ, ਕੋਈ ਤਕੜਾ ਕੋਈ ਬੰਦਾ ਉਹਦਾ ਨਹੀਂ ਚੱਲਣ ਦੇਵਾਂਗੇ, ਉਹ ਤਾਂ ਆਪਣੀ ਰੋਟੀ ਖਾ ਲੂਗਾ। ਜਿਹੜਾ ਹੈ ਹੀ ਇਕੱਲੇ ਪੰਪ ਤੇ ਵੀ ਹੋਰ ਉਹਦਾ ਕੋਈ ਕਾਰੋਬਾਰੀ ਕੋਈ ਨਹੀਂ ਗਾ ਯਾਰ, ਉਹ ਤਾਂ ਇਕੱਲੇ ਹੀ ਪੰਪ ਹੈ, ਨਾ ਇਹਨੂੰ ਕੋਈ ਤਨਖਾਹ ਹੈ ਨਾ ਕੋਈ ਹੋਰ ਹੈ। ਉਹਦੇ ਬਾਰੇ ਅਸੀਂ ਮੈਂ ਇਕੱਲਾ ਨਹੀਂ ਕਹਿ ਸਕਦਾ, ਅਗਲੀ ਮੀਟਿੰਗ ਦੇ ਵਿੱਚ ਸਾਡੇ ਕਿਸਾਨ ਲੀਡਰ ਸੋਚ ਸਕਦੇ ਨੇ, ਉਹਨਾਂ ਬਾਰੇ ਸ਼ਾਇਦ ਮੀਟਿੰਗ 4 ਤਰੀਕ ਫਿਲਹਾਲ ਕੋਈ ਰਾਹਤ ਨਹੀਂ ਦਿੱਤੀ ਗਈ ਉਹਨਾਂ ਨੂੰ? ਨਾ ਹਜੇ ਅਜੇ ਤਾਂ ਉਹਨੂੰ ਇਹੀ ਕਹੇ ਮੀਟਿੰਗ ਸੱਦੇ। ਪਹਿਲਾਂ ਅਸੀਂ ਉਹਨਾਂ ਨਾਲ ਥੋੜ੍ਹਾ ਜਿਹਾ ਗੁੱਸਾ ਵੀ ਦਿਖਾਇਆ ਵੀ ਤੁਸੀਂ ਸਾਡੀ ਮੀਟਿੰਗ ਦੇ ਚੱਗੇ ਰੌਲਾ ਪਾਇਆ, ਅਸੀਂ 40 ਸਾਲਾਂ ਨੂੰ ਲੜਦੇ ਹਾਂ, ਬਹਿ ਕੇ ਗੱਲ ਕਰਨੀ ਆ, ਕਰੋ ਗੱਲ, ਹਰ ਇੱਕ ਬੰਦਾ ਵੀ ਕਰ ਸਕਦਾ ਹੈਗਾ, ਪਰ ਹਜੇ ਕੋਈ ਰਾਹਤ ਨਹੀਂ ਉਹਨਾਂ ਨੂੰ। ਤਾਂ ਇੰਨੇ ਕਹਿ ਕੇ ਤੁਰਿਆ ਉਹਨਾਂ ਨੂੰ ਵੀ ਅਸੀਂ ਸਾਧਦੇ ਹਾਂ, ਜਦੋਂ ਮੀਟਿੰਗ ਸੱਦ ਕੇ ਪਹਿਲਾਂ ਤਾਂ ਸਾਨੂੰ ਦੇਖਣਾ ਪਊ ਕਿਹੜੇ ਪੰਪ ਪੈਟਰੋਲ ਕੋਈ ਕਿੰਨੀ ਜਾਇਦਾਦ ਹੈਗੀ, ਸਾਰੇ ਸਹਿਮਤ ਹੋ ਜਾਣਾ। ਮੈਂ ਜੇ 50 ਕਿੱਲਿਆਂ ਨੇ ਕਿਸਾਨ ਦਾ ਪੰਪ ਪੈਟਰੋਲ ਹੋਇਆ, ਮੈਂ ਉਹਦੇ ਚੱਲਣ ਤੇ ਰਾਜੀ ਨਹੀਂ ਹੋਊਗਾ। ਭਾਜਪਾ ਦੇ ਜਿਹੜੇ ਲੀਡਰ ਨੇ, ਕੁਝ ਵੱਡੇ ਲੀਡਰ ਨੇ, ਉਹ ਇਹ ਕਹਿੰਦੇ ਨੇ ਵੀ ਅਸੀਂ ਕਿਸਾਨ ਧਰਨਿਆਂ ਤੋਂ ਨਹੀਂ ਡਰਦੇ, ਬਿੱਲ ਹਰ ਹਾਲ ਦੇ ਵਿੱਚ ਜਿਹੜੇ ਨੇ ਉਹ ਲਾਗੂ ਹੋ ਕੇ ਰਹਿਣਗੇ, ਕਾਨੂੰਨ ਬਣ ਚੁੱਕੇ ਨੇ, ਰੱਦ ਨਹੀਂ ਹੋਣਗੇ ਕਿਸੇ ਵੀ ਕੀਮਤ ਤੇ। ਅਸੀਂ ਮੇਰਾ ਖਿਆਲ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਲੀਡਰ ਅਸੀਂ ਕਿਸੇ ਨੂੰ ਡਰਾਉਂਦੇ ਹੀ ਨਹੀਂ, ਬਿਲਕੁਲ ਨਹੀਂ ਡਰਾਉਂਦੇ, ਨਾ ਕਿਉਂ ਡਰਾਵਾਂਗੇ ਅਸੀਂ। ਉਹ ਸੰਘਰਸ਼ ਆਪਦਾ ਕਰਨਗੇ, ਸਾਡਾ ਸੰਘਰਸ਼ ਹੈ। ਡਰਾਉਣਾ ਕਰਨਾ ਤਾਂ ਉਹ ਤਾਂ ਬਦਮਾਸ਼ ਬੰਦਿਆਂ ਦਾ ਕੰਮ ਹੁੰਦਾ ਗਾ। ਜਿਹੜੇ ਲੋਕ ਸ਼ਾਂਤਮਈ ਉਹਦਾ ਸੰਘਰਸ਼ ਲੜਦੇ ਨੇਗੇ ਵੀ ਉਹ ਕਹਿੰਦੇ ਵੀ ਅਸੀਂ ਡਰਦੇ ਨਹੀਂ। ਹੁਣ ਕੈਪਟਨ ਨੇ ਵੀ ਸਾਨੂੰ ਕਹਿਤਾ ਸੀਗਾ ਤੁਸੀਂ ਮੈਥੋਂ ਡਰਾ ਕੇ ਉਹ ਮਤਲਬ ਵਿਧਾਨ ਸਭਾ ਦਾ ਚਲਾ ਸਕਦੇ ਆ। ਮੈਂ ਉਹਨੂੰ ਕਹਿੰਦਾ ਮੈਂ ਨਾ ਕੋਈ, ਮੈਂ ਇੰਟਰਵਿਊਆਂ ਦਿੱਤੀਆਂ, ਮੈਂ ਕਿਹਾ ਡਰਾਉਂਦੇ ਨਹੀਂ ਧਮਕਾ ਦਿੰਦੇ ਹੈਗੇ। ਹੁਣ ਬੰਦਾ ਜਦੋਂ ਸਾਡੇ ਸੰਘਰਸ਼ ਚੱਲੀ ਜਾਂਦੇ ਨੇਗੇ, ਮੱਲੋ ਮੱਲੀ ਕੋਈ ਸਾਡੇ ਵਿੱਚ ਵੱਜੂ, ਮੈਂ ਕਹਿੰਦਾ ਉਹਨੂੰ ਨਹੀਂ, ਉਹਨਾਂ ਨੂੰ ਆਉਣਾ ਚਾਹੀਦਾ। ਸੈਂਟਰ 'ਚ ਉਹਨਾਂ ਦੀ ਸਰਕਾਰ ਹੈਗੀ, ਉਹਨਾਂ ਨੂੰ ਚੁੱਪ ਕਰਕੇ ਬੈਠ ਜਾਣਾ ਚਾਹੀਦਾ, ਨਹੀਂ ਇੱਥੇ ਬੜਾ ਉਹ ਕਰਨਾ ਚਾਹੀਦਾ। ਪੰਜਾਬ ਹੈ ਇਹ ਹਰਿਆਣਾ ਜਾਂ ਹੋਰ ਸਟੇਟ ਨਹੀਂ ਹੈਗੀ। ਇੱਥੋਂ ਦਾ ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਸਿੱਖ ਹੈ, ਭਾਵੇਂ ਪੰਜਾਬੀ ਹੈ, ਸਾਰੇ ਇੱਕਜੁੱਟ ਹੈ ਲੋਕਾਂ, ਸਾਰੇ ਲੋਕ ਸਾਡੇ ਸੰਘਰਸ਼ 'ਚ ਆ ਗਏ। ਕੌਣ ਨਹੀਂ ਆ ਸਾਡੇ? ਹੁਣ ਪ੍ਰੈਸ ਨੇ ਸਾਡੀ ਇੰਨੀ ਮਦਦ ਕਰੀ ਹੈ, ਅਸੀਂ ਦੱਸ ਹੀ ਨਹੀਂ ਸਕਦੇ ਕੁਛ, ਮਤਲਬ ਸੈਂਟਰ ਹੀ ਉਹਨੂੰ ਪ੍ਰੈਸ ਨੇ ਕਰੀ, ਇਹਨੇ ਕਰੀ, ਇੱਥੋਂ ਵਾਲੀ ਨੇ ਮਤਲਬ ਸਾਡੀ ਮਦਦ ਕਰੀ, ਪੰਜਾਬ ਵਾਲੀ ਨੇ ਮਤਲਬ ਸਾਡਾ ਤਾਂ ਤੋਲਣ ਵੱਧ ਰਿਹਾ, ਕੋਈ ਗੱਲ ਨਹੀਂ ਇਸ ਗੱਲ। ਪੰਜਾਬ ਸਰਕਾਰ ਦੇ ਵੱਲੋਂ ਤੁਹਾਨੂੰ ਹਰੀ ਝੰਡੀ ਜਿਹੜੀ ਹੈ ਮਿਲ ਗਈ ਹੈ, ਹੁਣ ਜਿਹੜਾ ਰੋਸ ਹੈ ਤੁਹਾਡਾ ਕੇਂਦਰ ਸਰਕਾਰ ਦੇ ਨਾਲ ਹੈ, ਤੇ ਹੁਣ ਇਹ ਜਿਹੜਾ ਰੋਸ ਹੈ ਇਹ ਕਿੱਥੇ ਤੱਕ ਜਾਊਗਾ? ਹਮੇਸ਼ਾ ਵਾਸਤੇ ਜਦੋਂ ਸੈਂਟਰ ਸਰਕਾਰ ਦੂਜੀ ਹੋਵੇ, ਪਾਰਟੀ ਦੀ ਹੋਵੇ, ਤੇ ਪੰਜਾਬ 'ਚ ਦੂਜੀ ਹੋਵੇ, ਉਦੋਂ ਉਹ ਜਮਾਂ ਨਾ ਹਮਾਇਤ ਕਰੇ ਸਾਡੀ ਉਹ ਪਾਰਟੀ, ਸਾਨੂੰ ਆਟੋਮੈਟਿਕਲੀ ਉਹਦਾ ਬਲ ਮਿਲਦਾ। ਅਸੀਂ ਪਹਿਲਾਂ ਵੀ ਲੜ ਕੇ ਦੇਖਿਆ, ਜੇ ਸੈਂਟਰ 'ਚ ਕਾਂਗਰਸ ਦੀ ਸਰਕਾਰ ਹੁੰਦੀ, ਇੱਥੇ ਬਾਦਲ ਦੀ ਹੁੰਦੀ, ਅਸੀਂ ਕੋਈ ਸੰਘਰਸ਼ ਲੜਦੇ, ਉਹ ਆਟੋਮੈਟਿਕਲੀ ਮਤਲਬ ਅੱਖਾਂ ਮੀਚ ਲਾਉਂਦੇ ਨੇ ਵੀ ਚੱਲ ਲੜੀ ਜਾਣਦੇ, ਸਾਨੂੰ ਲੜੀ ਜਾਂਦੇ ਨੇ। ਜੋ ਬੰਦਾ ਪਿੱਛੇ ਹਟ ਕੇ ਬਹਿ ਗਿਆ, ਹਮਾਇਤ ਜਮਾ ਨਾ ਕਰੇ, ਉਹ ਚੁੱਪ ਕਰਕੇ ਬਹਿ ਜਾਣ ਵੀ ਆਪਾਂ ਨੇ ਇਹਨਾਂ ਨੂੰ ਛੇੜਨਾ, ਉਹ ਆਟੋਮੈਟਿਕ ਹੀ ਹਮਾਇਤ ਹੋ ਜਾਂਦੀ ਹੈਗੀ। ਮਤਲਬ ਹਾਂ, ਇੱਕ ਅਸੀਂ ਜ਼ਰੂਰ ਹੁਣ ਕਰਨ ਇਹਨਾਂ ਨੂੰ ਕਹਾਂਗੇ, ਜੇ ਮੈਨੂੰ ਇਹ ਪਤਾ ਲੱਗਿਆ ਜੀ ਪਿੱਛੇ ਜੇ ਵੀ ਸ਼ਾਇਦ ਪੰਜਾਬ ਸਰਕਾਰ ਤੋੜ ਨਾ ਦੇਣ, ਜੇ ਸਰਕਾਰ ਤੋੜ ਦੇਣਗੇ ਫਿਰ ਅਸੀਂ ਕਾਂਗਰਸੀਆਂ ਨੂੰ ਕਹਾਂਗੇ ਤੁਸੀਂ ਗਵਰਨਰ ਘੇਰ ਲਓ। ਹੁਣ ਅਸੀਂ ਅਕਾਲੀ ਦਲ ਨੂੰ ਕਹਿਣਾ ਵੀ ਪੰਜਾਬ 'ਚ ਅਸੀਂ ਅੰਦੋਲਨ ਸਾਂਭਿਆ ਹੋਇਆ, ਤੁਸੀਂ ਗਵਰਨਰ ਨੂੰ ਘੇਰੋ, ਉਹਦੀ 4 ਸਵੇਰੇ ਬੈਠੋ, ਤੁਹਾਡੇ ਕੋਲ ਵੱਡੀ ਫੋਰਸ ਹੈਗੀ। ਇਹ ਅਸੀਂ ਜ਼ੋਰ ਦੇਵਾਂਗੇ ਇਹਨਾਂ ਪਾਰਟੀਆਂ 'ਤੇ ਵੀ ਸਾਡੇ ਧਰਨੇ 'ਚ ਆਓ ਤੁਸੀਂ, ਨਾ ਸਾਡੇ ਧਰਨੇ ਤੁਹਾਨੂੰ ਬੋਲਣ ਦੀ ਲੋੜ ਹੈ, ਨਾ ਸਾਡੇ ਧਰਨੇ 'ਚ ਬੈਠਣ ਦੀ ਲੋੜ ਹੈਗੀ। ਤੁਸੀਂ ਮਤਲਬ ਗਵਰਨਰ ਨੂੰ ਘੇਰ ਕੇ ਸਾਈਨ ਕਰਾ ਲੂਗਾ। ਕਰਾਸ ਨੇ ਵੱਡੇ ਅਕਾਲੀ ਦਲ ਨੇ ਅੰਦੋਲਨ ਲੜੇ ਨੇ, ਕਾਂਗਰਸ ਨੇ ਲੜੇ ਨੇ, ਸਾਡੇ ਨਾਲ ਜਾਣ ਦੀ ਲੋੜ, ਇਹਨੂੰ ਘੇਰ ਲੈਣ ਕਿ ਜਿਹੜੇ ਨੇ 115 MLA ਦੇ ਸਾਈਨ ਕਰੇ ਹੋਏ ਤੇ ਗਵਰਨਰ ਸਾਈਨ ਨਹੀਂ ਕਰਦਾ। ਸਾਡੀ ਲੜਾਈ ਤਾਂ ਅਸੀਂ ਹਮਾਇਤ ਸਮਝਾਂਗੇ ਜੇ 115 MLA ਜਾ ਕੇ ਉਹਦੇ ਬਾਰਗੇ ਪੈ ਜੇ, ਜਾ ਕੇ ਇਹਦੇ ਮਤਲਬ ਆਪਣਾ ਗਵਰਨਰ ਦੇ ਬਾਰਗੇ ਪੈ ਜੇ, ਫਿਰ ਸਮਝ ਲਾਂਗੇ ਹਮਾਇਤ ਹੈ। ਹੁਣ ਕੋਈ ਸੁੱਕਾ ਕਿਹੜਾ ਮਤਾ ਪਾਸ ਕਰਤਾ, ਮੈਂ ਉਹਨਾਂ ਘਰੇ ਬਹਿ ਲੜੋ ਕਿਸਾਨ, ਕਿ ਉਹ ਨਹੀਂ ਲੜ ਸਕਦੇ, ਲੜਨਾ ਚਾਹੀਦਾ। ਕਾਨੂੰਨ ਤਾਂ ਉਹਨਾਂ ਨੇ ਬਣਾਇਆ ਨਾ, ਉਹਨਾਂ ਦੇ ਕਾਨੂੰਨ 'ਤੇ ਗਵਰਨਰ ਹੁਣ ਨਾ ਕਰ ਰਿਹਾ, ਮਤਲਬ ਸਾਈਨ ਨਹੀਂ ਕਰ ਰਿਹਾ, ਜਿਹੜਾ 115 MLA ਨੇ ਬਣਾਇਆ ਹੈਗਾ, ਅਤੇ ਉਹ ਜਾ ਕੇ ਬੈਠਣ ਉੱਥੇ ਜਾ ਕੇ ਉਹਨਾਂ ਦੇ ਬਾਰਗੇ ਮੈਂ ਕਹਿੰਦਾ ਬੈਠਣਾ, ਮੈਨੂੰ ਹੁਣ ਵੀ ਰਾਇ ਬੈਠਣਾ ਚਾਹੀਦਾ ਉਹਨਾਂ ਨੂੰ। ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਕਹਿ ਰਹੀਆਂ ਨੇ ਕਿ ਅਸੀਂ ਕਿਸਾਨਾਂ ਦੇ ਲਈ ਜਿਹੜਾ ਇਹ ਕਾਂਗਰਸ ਸਰਕਾਰ ਦੇ ਇਸ ਫੈਸਲੇ ਦੇ ਨਾਲ ਜੋ ਮਤੇ ਪਾਸ ਕੀਤੇ ਗਏ ਨੇ ਉਹਨਾਂ ਦੇ ਨਾਲ ਸਹਿਮਤੀ ਪ੍ਰਗਟਾਈ ਹੈ, ਸਿਰਫ ਕਿਸਾਨਾਂ ਦੇ ਲਈ, ਅਸੀਂ ਕਿਸਾਨੀ ਦੇ ਨਾਲ। ਅਕਾਲੀ ਦਲ ਵੀ ਕਹਿੰਦਾ, ਆਮ ਆਦਮੀ ਵੀ ਕਹਿੰਦੀ ਹੈ, ਕਾਂਗਰਸ ਨੇ ਤਾਂ ਕਹਿਣਾ ਹੀ ਕਹਿਣਾ ਜਿਸ ਦੀ ਸਰਕਾਰ ਹੈ। ਮਤਲਬ ਸਾਡੇ ਅੰਦੋਲਨ ਨੂੰ ਅਸੀਂ ਪਹਿਲਾਂ ਹੀ ਵਧੀਆ ਹੰਗਾਰਾ ਮਿਲਿਆ, ਬੀਬੀ ਨੂੰ ਅਸਤੀਫਾ ਦੇਣਾ ਪੈ ਗਿਆ, ਭਾਰਤੀ ਜਨਤਾ ਪਾਰਟੀ ਨੂੰ ਆੜੀ ਤੋੜਨੀ ਪੈਗੀ, ਸਮਝਣਾ ਗੱਲ, ਉਹ ਉਦੋਂ ਹੀ ਚੱਲ ਸਾਰਾ ਕੁਝ। ਅਤੇ ਜਿਹੜੇ ਸਾਡੇ 115 MLA ਜਿਹੜੇ ਕੁੱਕੜ ਲੜਦੇ ਸੀ ਰੋਜ਼, ਪਹਿਲੇ ਦਿਨ ਕਰਿਆ ਉਹਨਾਂ ਨੇ ਆਪਦਾ ਦਿਖਾਇਆ, ਅਤੇ ਇਕੱਠੇ ਮੈਂ ਬਹਿ ਕੇ ਇਕੱਠੇ ਜਾ ਕੇ ਮੰਗ ਪੱਤਰ ਦੇ ਕੇ ਨੇ, ਇਹ ਇੱਕ ਸਾਡੇ ਅੰਦੋਲਨ ਦਾ ਹੀ ਦਬਾਅ ਹੈ। ਮਤਲਬ ਉਹ ਚੌਂ ਨੂੰ ਨਹੀਂ ਗਏ,
ਉਹਨਾਂ ਨੂੰ ਪਤਾ ਵੀ ਹੁਣ ਕਿਸਾਨ ਅੰਦੋਲਨ ਉੱਠ ਖੜਿਆ ਵੀ ਜੇ ਮੈਂ ਮਾੜਾ ਜਿਹਾ ਪਿੱਛੇ ਹਟ ਗਿਆ ਮੇਰਾ ਨੁਕਸਾਨ ਹੋ ਜਾਣਾ ਹੈਗਾ। ਇਸ ਕਰਕੇ ਸਾਡੇ ਅੰਦੋਲਨ ਦਾ ਦਬਾਅ ਹੈ। ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਇਹ ਡਰ ਹੈ, ਇਹ ਦਬਾਅ ਹੈ ਜਿਸ ਦੀ ਵਜ੍ਹਾ ਤੋਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇਕਜੁੱਟ ਹੋਈਆਂ। ਬਿਲਕੁਲ ਦਬਾਅ। ਉਮਰ ਦੀ ਅੱਧੀ ਸਦੀ ਹੰਢਾ ਚੁੱਕੇ ਹੋ ਤੁਸੀਂ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਜਦੋਂ ਐਡਾ ਵੱਡਾ ਸੰਘਰਸ਼ ਜਿਹੜਾ ਸਰ ਕਰਨਾ ਪਿਆ ਹੋਵੇ, ਜਾਂ ਇਸ ਤੋਂ ਪਹਿਲਾਂ ਵੀ ਸੰਘਰਸ਼ਾਂ ਦੇ ਨਾਲ ਤੁਸੀਂ ਕਿਸਾਨੀ ਦੀ ਮਤਲਬ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਜਿਹੜਾ ਸੰਘਰਸ਼ ਹੈ ਉਹ ਬਣਿਆ ਰਹਿੰਦਾ ਹੈ, ਤੇ ਐਡਾ ਵੱਡਾ ਸੰਘਰਸ਼ ਤੁਸੀਂ ਕਦੇ ਪਹਿਲਾਂ ਵੀ ਸਰ ਕੀਤਾ? ਨਹੀਂ, ਮੈਂ ਸੁਣਦਾ ਜਦੋਂ ਦੇਸ਼ ਆਜ਼ਾਦ ਹੋਇਆਗਾ, ਮਤਲਬ ਮੈਂ ਜੇ ਹੂੰ ਤਾਂ ਛੋਟਾ ਹੀ ਹੋਊਗਾ ਮਤਲਬ ਦਾ, ਪਰ ਮੈਂ ਇਹ ਗੱਲ ਜਿਹੜੇ ਸਾਡੇ ਪੁਰਾਣੇ ਲੀਡਰ ਨੇ, ਸਾਡੇ ਪੁਰਾਣੇ ਲੋਕ ਨੇ, ਉਹ ਕਹਿੰਦੇ ਵੀ ਜਦ ਤਾਂ ਦੇਸ਼ ਆਜ਼ਾਦ ਹੋਣ ਵੇਲੇ ਲੋਕ ਇਕੱਠੇ ਹੋਏ ਸੀ, ਮੈਂ ਅੱਜ ਇਕੱਠੇ ਹੋਇਆ ਸਾਰੇ ਧਰਮਾਂ ਦੇ ਸਾਰੀਆਂ ਜਾਤਾਂ ਦੇ, ਤੇ ਜਾਂ ਪੰਜਾਬ ਦੇ ਵਿੱਚ ਆਹ ਕਿਸਾਨੀ ਮਸਲਿਆਂ 'ਤੇ ਹੁਣ ਇਕੱਠੇ ਹੋ ਗਏ ਨੇ। ਮੇਰੇ ਆਪ ਦਾ 40 ਸਾਲ ਹੋ ਗਏ ਮੈਨੂੰ ਲੜਦੇ ਨੂੰ, ਮੈਂ 40 ਸਾਲ 'ਚ ਐਡੀ ਏਕਤਾ ਐਡੀ ਹਮਾਇਤ ਮੈਂ ਪਹਿਲੀ ਵਾਰ ਵੇਖੀ ਹੈ ਜੀ। ਨਹੀਂ ਪਹਿਲਾਂ ਅਸੀਂ ਇਕੱਲੇ ਇਕੱਲੇ ਲੜਦੇ ਜੀ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ। ਪੰਜਾਬ ਦੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ। ਮੁੱਦਾ ਹੈ ਖੇਤੀ ਵਿਰੁੱਧ ਕਾਨੂੰਨ ਜਿਹੜੇ ਨੇ ਕੇਂਦਰ ਦੇ ਵੱਲੋਂ ਜਿਹੜੇ ਪਾਸ ਕੀਤੇ ਗਏ ਨੇ। ਕਿਸਾਨਾਂ ਨੇ ਕਿਹਾ ਹੈ ਕਿ ਉਹ ਕਿਸਾਨ ਵਿਰੋਧੀ ਕਾਨੂੰਨ ਨੇ, ਜਿਸ ਦੇ ਰੋਸ ਦੇ ਵਿੱਚ ਲੰਬੇ ਸਮੇਂ ਤੋਂ ਸੂਬੇ ਦੀ ਜ਼ਮੀਨ ਦੇ ਉੱਤੇ ਕਿਸਾਨੀ ਦੇ ਹੱਕ ਦੇ ਵਿੱਚ ਨਾਅਰੇ ਲੱਗ ਰਹੇ ਨੇ ਤੇ ਸਰਕਾਰ ਦੀ ਮੁਰਦਾਬਾਦ ਹੋ ਰਹੀ ਹੈ। ਵਿਧਾਨ ਸਭਾ ਪੰਜਾਬ ਦੇ ਵਿੱਚ ਕਿਸਾਨਾਂ ਦੇ ਦਬਾਅ ਤੋਂ ਬਾਅਦ ਸੈਸ਼ਨ ਬੁਲਾਇਆ ਗਿਆ, ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ, ਤੇ ਉਸ ਸੈਸ਼ਨ ਦੇ ਵਿੱਚ ਜਿਹੜੇ ਮਤੇ ਨੇ ਉਹ ਪਾਸ ਹੋ ਚੁੱਕੇ ਨੇ, ਜਿਸ ਤੋਂ ਬਾਅਦ ਕਿਸਾਨਾਂ ਨੇ ਪੰਜਾਬ ਭਵਨ ਦੇ ਵਿੱਚ ਮੀਟਿੰਗ ਰੱਖੀ ਹੈ, ਜਿੱਥੇ 30 ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਆਗੂ ਪਹੁੰਚੇ ਨੇ ਅਗਲੀ ਰਣਨੀਤੀ ਤਿਆਰ ਕਰਨੇ। ਇਸ ਵੇਲੇ ਸਾਡੇ ਨਾਲ ਜਗਮੋਹਨ ਸਿੰਘ ਮੌਜੂਦ ਨੇ, BKU ਟਕੌਂਦਾ ਦੇ ਜਨਰਲ ਸੈਕਟਰੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਰ, ਸੰਘਰਸ਼ ਲੰਬਾ ਹੈ ਤੇ ਬਹੁਤ ਸਾਰੀਆਂ ਔਕੜਾਂ ਵੀ ਨੇ, ਸਰੀਰਕ ਕਸ਼ਟ ਵੀ ਨੇ, ਪਰ ਜਿਹੜਾ ਮਨੋਬਲ ਹੈ ਉਹ ਡੋਲਿਆ ਨਹੀਂ। ਨਹੀਂ, ਬਿਲਕੁਲ ਮਨੋਬਲ ਨਹੀਂ ਡੋਲਿਆ ਜੀ। ਅੱਜ ਸਾਡਾ ਤਾਂ ਇਹਦੇ 'ਤੇ ਤਾਂ ਸਾਡੀ ਤਕਰੀਬਨ ਸਰਬਸੰਮਤੀ ਸੀ ਵੀ ਸੰਘਰਸ਼ ਨੂੰ ਤੇਜ਼ ਕਰਨਾ ਹੈ ਤੇ ਇਹਨੂੰ ਲੰਮਾ ਸੰਘਰਸ਼ ਸਮਝ ਕੇ ਕਰਨਾ ਹੈ। ਇਸ ਲਈ ਉਹ ਇੱਕ ਜਿਹੜਾ ਅਸੀਂ ਲਾਸਟ ਤੇ ਪਾਸ ਕੀਤਾ ਹੈ ਵੀ 27 ਅਕਤੂਬਰ ਨੂੰ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ, ਜਿਹਦਾ ਵਰਕਿੰਗ ਗਰੁੱਪ ਮੈਂ ਵੀ ਹਾਂ, ਉਹਨੇ ਮੀਟਿੰਗ ਸੱਦੀ ਆ ਜਿਸ 'ਚ 200 ਤੋਂ ਜ਼ਿਆਦਾ ਆਰਗੇਨਾਈਜੇਸ਼ਨਾਂ ਪਹੁੰਚ ਰਹੀਆਂ ਨੇ, ਮਤਲਬ ਇਸ ਸੰਘਰਸ਼ ਨੂੰ ਨੈਸ਼ਨਲ ਲੈਵਲ 'ਤੇ ਲੈ ਕੇ ਜਾਣ ਦੀ। ਇਹ ਸੰਘਰਸ਼ ਸਿਰਫ ਪੰਜਾਬ ਦੇ ਕਿਸਾਨਾਂ ਦਾ ਨਾਂ ਰਹਿ ਕੇ ਭਾਰਤ ਭਰ ਦੇ ਕਿਸਾਨਾਂ ਦਾ ਸੰਘਰਸ਼ ਬਣੇ, ਕਿਉਂਕਿ ਇਹ ਜਿਹੜੇ ਮਤਲਬ 3 ਆਰਟੀਕਲ ਨੇ, ਇਹ 3 ਆਰਟੀਕਲ ਨਹੀਂ ਗੇ, ਇਹ ਮਤਲਬ ਟ੍ਰਿਪਲ ਮਰਡਰ ਕੀਤਾ ਮੋਦੀ ਗੌਰਮੈਂਟ ਨੇ। ਨੰਬਰ 1 ਤਾਂ ਰਾਜਾਂ ਦੇ ਅਧਿਕਾਰਾਂ ਦਾ ਮਰਡਰ ਕੀਤਾ, ਨੰਬਰ 2 ਤੇ ਖੇਤੀ ਸੈਕਟਰ ਨਾਲ ਸੰਬੰਧਿਤ ਖੇਤ ਮਜ਼ਦੂਰ ਜਾਂ ਕਿਸਾਨ ਨੇ ਉਹਨਾਂ, ਜਾਂ ਹੋਰ ਜਿਹੜੇ ਨਿੱਕੇ ਮਜ਼ਦੂਰ ਨੇ ਜਿਹੜੇ ਮੰਡੀ 'ਚ ਕੰਮ ਕਰਦੇ ਨੇ, ਉਹਨੇ ਛੋਟੇ ਬਿਜ਼ਨਸਮੈਨ ਜਿਹੜੇ ਖੇਤੀ ਨਾਲ ਰਿਲੇਟਡ ਨੇ ਉਹਨਾਂ ਦਾ ਮਰਡਰ ਕੀਤਾ। ਨੰਬਰ 3 ਤੇ ਜਿਹੜੀ BPL ਜਿਹੜੀ ਮਤਲਬ ਗਰੀਬ ਲੋਕ ਸਨ ਜਿਨ੍ਹਾਂ ਨਾਲ ਜਨਤਕ ਵੰਡ ਪ੍ਰਣਾਲੀ ਸੀ, ਉਹ FCI ਦਾ ਭੋਗ ਪਾ ਕੇ ਜਨਤਕ ਵੰਡ ਪ੍ਰਣਾਲੀ ਜ਼ਰੂਰੀ ਸੇਵਾਵਾਂ ਕਾਨੂੰਨ ਦੇ ਸੋਧ ਕਰਕੇ ਉਹ ਖਤਮ ਕਰ ਰਹੇ ਨੇ। ਇਹ ਕੈਸ਼ ਦਿਆ ਕਰਾਂਗੇ, ਉਹਨਾਂ ਨੂੰ ਚੌਲਾਂ ਦੀ ਲੋੜ ਹੈ, ਦਾਲਾਂ ਦੀ ਲੋੜ ਹੈ, ਇੰਨਾ ਚਾਵਲ ਮਤਲਬ ਇੱਥੋਂ ਜਾਂਦਾ ਸੀ, ਉਹ ਸਾਰੇ ਕੁਛ ਜਿਹੜਾ ਟ੍ਰਿਪਲ ਮਰਡਰ ਕੀਤਾ, ਇਹਦਾ ਸਾਰੇ ਭਾਰਤ ਦੇ ਲੋਕਾਂ ਦੇ ਉੱਤੇ ਅਸਰ ਪਿਆ, ਖਾਸ ਤੌਰ ਭਾਰਤ ਦੇ ਖੇਤੀ ਖੇਤਰ ਨਾਲ ਸੰਬੰਧਿਤ ਦੇ ਲੋਕਾਂ ਦੇ ਪਿਆ, ਜਿਹੜੇ 65% ਨੇ। ਅਸੀਂ ਇਸ ਨੂੰ ਮਤਲਬ ਕੌਮੀ ਪੱਧਰ ਦਾ ਸੰਘਰਸ਼ ਬਣਾਉਣਾ ਚਾਹੁੰਦੇ ਹਾਂ, ਇਸ ਲਈ 27 ਤਰੀਕ ਨੂੰ ਅਸੀਂ ਦਿੱਲੀ ਮੀਟਿੰਗ ਸੱਦੀ ਹੈ। ਪੰਜਾਬ ਦੇ ਵਿੱਚ ਜਿਹੜੀ ਅੱਧੀ ਜੰਗ ਹੈ ਤੁਸੀਂ ਜਿੱਤ ਚੁੱਕੇ ਹੋ, ਵਿਧਾਨ ਸਭਾ ਦੇ ਵੱਲੋਂ ਹਰੀ ਝੰਡੀ ਜਿਹੜੀ ਕਿਸਾਨੀ ਅੰਦੋਲਨ ਨੂੰ ਮਿਲ ਚੁੱਕੀ ਹੈ, ਤੇ ਹੁਣ ਅਗਲਾ ਰਸਤਾ ਤੁਸੀਂ ਕਹਿ ਰਹੇ ਹੋ ਕਿ ਦਿੱਲੀ ਦਰਬਾਰ ਤੱਕ ਪਹੁੰਚਣ ਦਾ ਹੈ, ਦਿੱਲੀ ਦਰਬਾਰ ਦੀਆਂ ਚੂਲਾਂ ਹਿਲਾਉਣ ਦਾ ਹੈ। ਕੀ ਲੱਗਦਾ ਹੈ ਤੁਹਾਨੂੰ, ਦਿੱਲੀ ਦਰਬਾਰ ਦੀਆਂ ਚੂਲਾਂ ਹਿਲਦੀਆਂ ਨਹੀਂ ਜਾਂ ਫਿਰ ਨਹੀਂ? ਇਹ ਦਿੱਲੀ ਦੇ ਦਰਬਾਰ ਦੀਆਂ ਚੂਲਾਂ ਦਾ ਜਿੰਨਾ ਚਿਰ ਨਾ ਹਿਲੀਆਂ ਜੀ, ਵੇਖੋ ਅਸੀਂ ਤਾਂ ਆਪਣੇ ਬੱਚਿਆਂ ਨੂੰ ਕੀ ਜਵਾਬ ਦੇਵਾਂਗੇ ਜਦੋਂ ਸਾਡੇ ਜ਼ਮੀਨਾਂ ਤੋਂ ਅਸੀਂ ਬੂਣੇ ਹੋ ਜਾਵਾਂਗੇ, ਜਦੋਂ ਸਾਡੀ ਫਸਲ ਦਾ ਵਾਜਬ ਤੇ ਲਾਹੇਵੰਦ ਭਾਅ ਨਹੀਂ ਮਿਲੇਗਾ, ਸਾਡੀ ਖਰੀਦ ਦੀ ਕੋਈ ਗਰੰਟੀ ਨਹੀਂ ਹੋਏਗੀ, ਤਾਂ ਸਾਨੂੰ ਕਹਿਣਗੇ ਬਾਪੂ ਡੈਡੀ ਤੂੰ ਕਿੱਥੇ ਸੀ। ਇਸ ਲਈ ਅਸੀਂ ਮਤਲਬ ਸਾਡੀਆਂ ਜ਼ਿੰਦਗੀਆਂ ਲਾ ਸਕਦੇ ਹਾਂ, ਆਰ ਪਾਰ ਦੀ ਲੜਾਈ ਲੜਾਂਗੇ, ਪਰ ਦਿੱਲੀ ਸਰਕਾਰ ਦੀਆਂ ਚੂਲਾਂ ਹਟਾਵਾਂਗੇ। ਜਿਹੜੇ ਕਾਲੇ ਕਾਨੂੰਨ ਜਿਹੜਾ ਅਧਿਆਇ ਬਣ ਗਿਆ ਭਾਰਤੀ ਸੰਵਿਧਾਨ ਦਾ ਰਾਸ਼ਟਰਪਤੀ ਦੇ ਸਾਈਨ ਹੋਣ ਤੋਂ ਬਾਅਦ, ਇਹ ਕਾਲੇ ਕਾਨੂੰਨ ਜਿਹੜੇ ਪੇਜ ਨੇ, ਜਿੰਨਾ ਚਿਰ ਸੰਵਿਧਾਨ 'ਚੋਂ ਖਤਮ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਸੰਘਰਸ਼ ਹੋਰ ਅੱਗੇ ਹੋਰ ਤਿੱਖਾ ਹੁੰਦਾ ਜਾਏਗਾ। ਭਾਜਪਾ ਦੇ ਨੇਤਾਵਾਂ ਦੇ ਵੱਲੋਂ ਲਗਾਤਾਰ ਇਹ ਆਸ਼ਵਾਸਨ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਬਿੱਲ ਨੇ ਕਿਸਾਨ ਵਿਰੋਧੀ ਨਹੀਂ ਬਲਕਿ ਕਿਸਾਨਾਂ ਦੇ ਹੱਕ 'ਚ ਨੇ। ਪੰਜਾਬ ਸਰਕਾਰ ਜਾਂ ਫਿਰ ਵਿਰੋਧੀ ਧਿਰਾਂ ਨੇ ਜਿਹੜੀਆਂ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। MSP ਖਤਮ ਨਹੀਂ ਹੋਏਗੀ, MSP ਜਾਰੀ ਰਹੇਗੀ। ਇਹ ਅਸਲ 'ਚ MSP ਜਾਰੀ ਰਹਿਣ ਦਾ ਮਾਮਲਾ ਨਹੀਂ ਗਾ, MSP ਜਾਰੀ ਰਹਿਣ, MSP ਦੇ ਉੱਤੇ ਖਰੀਦ ਜਿਹੜੀ ਯਕੀਨੀ ਹੋਗੀ। ਹਾਂ, ਇਹਨੂੰ ਲੀਗਲਾਈਜ਼ ਕਾਨੂੰਨ ਦੇ ਦੇਣ ਵੀ ਹਰ ਕਿਸਾਨ ਦੀਆਂ ਜਿਹੜੀਆਂ 23 ਫਸਲਾਂ ਜਿਹੜੀਆਂ ਕੀਤੀਆਂ ਉਹੀ ਡਿਕਲੇਅਰ ਕਰ ਦੇਣ, ਜਿਹੜੀ ਫਸਲ ਉਹ ਪੈਦਾ ਕਰੂਗਾ ਉਹਦੀ ਫਸਲ ਦੀ ਜਿੰਨੀ ਮਤਲਬ MSP ਹੋਊਗੀ, ਜਿਹੜੀ ਕਿ ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਹੋਵੇਗੀ, ਜਾਣੀ ਇੱਕ ਪ੍ਰੋਫਿਟੇਬਲ ਹੋਊਗੀ, ਉਸ MSP ਦੇ ਤੌਰ ਤੇ ਕਿਸਾਨ ਦੀ ਫਸਲ ਦਾ ਭਾਅ ਦੇਣ ਲਈ ਕੇਂਦਰ ਸਰਕਾਰ ਜਿਹੜੀ ਆ ਕਾਨੂੰਨੀ ਤੌਰ ਤੇ ਉਹਦਾ ਫਰਜ਼ ਆ। ਇਹ ਕਰ ਦੇਣ, ਬਸ ਇਹ ਕਰਦੇ ਨਹੀਂ। MSP ਦੇਵਾਂਗੇ, MSP ਦੇ 23 ਫਸਲਾਂ ਦੇ ਜਾਂਦੇ ਨੇ। ਸਾਡਾ ਇੱਥੇ 90 ਮੰਡੀ 'ਚ ਅਮਲੋਹ ਮੰਡੀ 'ਚ ਸਨਫਲਾਵਰ ਰੁਲ ਗਿਆ, ਸਾਡਾ ਨਰਮਾ 1000 ਰੁਪਏ ਕੁਇੰਟਲ ਦੇ ਹੁਣ ਸਾਰੇ ਮਾਲਵਾ ਬੈਲਟ 'ਚ ਖਰੀਦਿਆ ਜਾ ਰਿਹਾ। ਸਾਡੀ ਮੱਕੀ ਜਿਹੜਾ 1850 ਰੁਪਏ MSP ਸੀ ਉਹ 1200 ਰੁਪਏ। ਉਸੇ ਲਾਈਨ ਦੇ ਵਿੱਚ ਕਣਕ ਦੇ ਝੋਨੇ ਨੂੰ ਲੈ ਕੇ
ਤਾਂ ਅਸੀਂ ਤਬਾਹ ਹੋ ਜਾਾਂਗੇ। ਸਾਡੀ ਟੋਟਲੀ ਇਹ ਕਿਸੇ ਗੱਲ ਨਾਲ ਨਹੀਂ। ਅਜੇ ਕਿ 3 ਕਾਨੂੰਨਾਂ ਵਿੱਚ ਬਹੁਤ ਕੁਝ ਆ। ਉਹ ਇੱਕ ਐਸਾ ਪਰੌਂਠਾ ਇਹਨਾਂ ਨੇ ਕਾਰਪੋਰੇਟ ਸੈਕਟਰ ਲਈ ਮੋਦੀ ਨੇ ਪਕਾ ਕੇ ਰੱਖਤਾ, ਜਿਹੜਾ ਮਤਲਬ ਜਿਹਦੇ ਤੇ ਮੱਖਣ ਵੀ ਲਾਤਾ ਹੁਣ ਰਾਸ਼ਟਰਪਤੀ ਨੇ ਥਾਲੀ ਦੇ ਵਿੱਚ, ਜਿਹੜਾ ਕਿ ਮਤਲਬ ਬਹੁਤ ਜ਼ਿਆਦਾ ਸਾਡੇ ਲਈ, ਸਾਡੇ ਕੋਲ ਸਾਰਾ ਕੁਝ ਖੋਹ ਕੇ ਕਾਰਪੋਰੇਟ ਘਰਾਣੇ ਦੇ ਕੇ ਪੰਜਾਬ ਨੂੰ ਵੇਚ ਰਿਹਾ, ਪੰਜਾਬ ਦੀ ਧਰਤੀ ਨੂੰ ਵੇਚ ਰਿਹਾ ਮੋਦੀ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਇਹ ਸੀ ਸਾਡੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਵਿਧਾਨ ਸਭਾ ਦੇ ਵਿੱਚ ਜਿਹੜਾ ਮਤਾ ਪਾਸ ਹੋਇਆ, ਉਸ ਤੋਂ ਬਾਅਦ ਮੀਟਿੰਗ ਪੰਜਾਬ ਭਵਨ ਦੇ ਵਿੱਚ ਰੱਖੀ ਗਈ ਹੈ। ਅਗਲੀ ਰਣਨੀਤੀ ਕਿਸਾਨਾਂ ਦੇ ਵੱਲੋਂ ਜਿਹੜੀ ਹੈ, ਜਥੇਬੰਦੀਆਂ ਦੇ ਵੱਲੋਂ ਤੈਅ ਕੀਤੀ ਗਈ ਹੈ ਤੇ ਦਿੱਲੀ ਦੇ ਵੱਲ ਜਿਹੜੀ ਕੂਚ ਕਰਨ ਦੀ ਤਿਆਰੀ ਹੈ, ਉਹ 27 ਤਰੀਕ ਨੂੰ ਇਹਨਾਂ ਨੇ ਐਲਾਨ ਦਿੱਤੀ ਹੈ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।